ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਾਹਿਤ ਦੇ ਅਲੱਗ-ਅਲੱਗ ਰੂਪ ਦੇਖਾਂਗੇ। ਬੱਚਿਓ, ਸੋਝ ਸੁੰਦਰਤਾ ਨੂੰ ਮਾਨਣਾ ਮਨੁੱਖੀ ਸੁਭਾਅ ਹੈ। ਮਨੁੱਖੀ ਸਮਾਜ ਵਿਚਲੀ ਸੋਹਲ ਬਿਰਤੀ ਹੀ ਮਨੁੱਖ ਨੂੰ ਮਨੁੱਖੀ ਗੁਣਾਂ ਨਾਲ ਭਰਪੂਰ ਕਰਦੀ ਹੈ ਅਤੇ ਇਸ ਨੂੰ ਸੱਭਿਅਤਾ ਦੀਆਂ ਸਿਖਰਾਂ ਵੱਲ ਲੈ ਜਾਂਦੀ ਹੈ। ਇਸ ਸੋਝ ਬਿਰਤੀ ਕਾਰਨ ਹੀ ਮਨੁੱਖ ਅੰਦਰ ਖੂਬਸੂਰਤ ਵਸਤਾਂ ਨੂੰ ਵੇਖਣ, ਪਰਖਣ ਅਤੇ ਮਾਣਨ ਦੀ ਬਹੁਤ ਇੱਛਾ ਹੁੰਦੀ ਹੈ। ਇਸ ਤਾਂਘ ਦੇ ਫਲਸਰੂਪ ਕੋਮਲ ਕਲਾਵਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਨੂੰ ਲਲਿਤ ਕਲਾਵਾਂ ਅੰਗਰੇਜ਼ੀ ਵਿੱਚ ਫਾਈਨ ਆਰਟਸ ਕਿਹਾ ਜਾਂਦਾ ਹੈ। ਲਲਿਤ ਕਲਾਵਾਂ 5 ਹੁੰਦੀਆਂ ਹਨ: ਸੰਗੀਤ ਕਲਾ, ਨ੍ਰਿਤ ਕਲਾ, ਮੂਰਤੀ ਕਲਾ, ਚਿੱਤਰ ਕਲਾ, ਸਾਹਿਤ ਕਲਾ, ਜਿਹਨੂੰ ਆਪਾਂ ਕਾਵ ਕਲਾ ਵੀ ਕਹਿ ਦਿੰਦੇ ਹਾਂ। ਇਹਨਾਂ ਸਾਰੀਆਂ ਕਲਾਵਾਂ ਦੇ ਵੱਖਰੇ ਵੱਖਰੇ ਢੰਗ ਹਨ ਅਤੇ ਵੱਖਰੇ ਵੱਖਰੇ ਸਾਧਨ ਹਨ, ਅਰਥਾਤ ਉਹ ਵਸਤੂਆਂ ਵੱਖਰੀਆਂ ਵੱਖਰੀਆਂ ਹਨ ਜਿਨ੍ਹਾਂ ਰਾਹੀਂ ਇਹਨਾਂ ਕਲਾਵਾਂ ਦੀ ਸਿਰਜਣਾ ਹੁੰਦੀ ਹੈ। ਇਹਨਾਂ ਨੂੰ ਮਾਧਿਅਮ ਕਹਿ ਸਕਦੇ ਹਾਂ। ਸੰਗੀਤ ਕਲਾ ਦਾ ਮਾਧਿਅਮ ਸੁਰ ਤੇ ਤਾਲ ਹੈ। ਨ੍ਰਿਤ ਕਲਾ ਦਾ ਮਾਧਿਅਮ ਗਤੀ ਅਤੇ ਚਾਲ ਹੈ। ਚਿੱਤਰ ਕਲਾ ਦਾ ਮਾਧਿਅਮ ਰੰਗ ਤੇ ਰੇਖਾ ਹੈ। ਮੂਰਤੀ ਕਲਾ ਦਾ ਮਾਧਿਅਮ ਪੱਥਰ ਤੇ ਧਾਤਾਂ ਹਨ ਅਤੇ ਸੰਗੀਤ ਕਲਾ ਦਾ ਮਾਧਿਅਮ ਸ਼ਬਦ ਤੇ ਧੁਨੀਆਂ ਹਨ। ਸ਼ਬਦ ਧੁਨੀਆਂ ਸੂਖਮ ਤੋਂ ਸੂਖਮ ਤੇ ਕੋਮਲ ਤੋਂ ਕੋਮਲ ਹਨ, ਇਸ ਲਈ ਸੂਖਮ ਹੋਣ ਕਰਕੇ ਸਾਹਿਤ ਵੀ ਕੋਮਲ ਕਲਾ ਹੈ। ਸੰਸਕ੍ਰਿਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਕਾਵ ਅਤੇ ਸਾਹਿਤ ਨੂੰ ਸਮਾਨਾਰਥੀ ਰੂਪ ਵਿੱਚ ਵਰਤਿਆ ਗਿਆ ਹੈ। ਅਸਲ ਵਿੱਚ ਪੁਰਾਤਨ ਗ੍ਰੰਥਾਂ ਵਿੱਚ ਕਾਵ ਸੰਬੰਧੀ ਹੀ ਵਧੇਰੇ ਚਰਚਾ ਹੋਈ ਮਿਲਦੀ ਹੈ। ਸਾਹਿਤ ਸ਼ਬਦ ਦਾ ਪ੍ਰਯੋਗ ਮੱਧਕਾਲ ਵਿੱਚ ਪ੍ਰਚਲਿਤ ਹੋਇਆ ਮੰਨਿਆ ਜਾਂਦਾ ਹੈ। ਸਾਹਿਤ ਇੱਕ ਅਜਿਹੀ ਸ਼ਾਬਦਿਕ ਕਲਾ ਹੈ ਜਿਸ ਵਿੱਚ ਉੱਤਮ ਵਿਚਾਰਾਂ ਦੀ ਉੱਤਮ ਢੰਗ ਨਾਲ ਪੇਸ਼ਕਾਰੀ ਹੋਈ ਹੋਵੇ। ਸਾਹਿਤ ਦਾ ਮੁੱਖ ਉਦੇਸ਼ ਸੋਝ ਸੁਆਦ ਪੈਦਾ ਕਰਨਾ ਅਤੇ ਚੰਗੇ ਜੀਵਨ ਲਈ ਪ੍ਰੇਰਨਾ ਦੇਣਾ ਹੈ। ਸਾਹਿਤ ਨੂੰ ਜਨਤਾ ਦੀ ਡੰਗੋਰੀ ਕਿਹਾ ਜਾਂਦਾ ਹੈ। ਸਾਹਿਤ ਜੀਵਨ ਵਿੱਚੋਂ ਪੈਦਾ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਜੀਵਨ ਨੂੰ ਪ੍ਰਭਾਵਿਤ ਵੀ ਕਰਦਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਜਾਂ ਸ਼ੀਸ਼ਾ ਵੀ ਕਿਹਾ ਜਾਂਦਾ ਹੈ। ਚੰਗਾ ਸਾਹਿਤ ਸਤਿਅਮ ਸ਼ਿਵਮ ਸੁੰਦਰਮ ਦਾ ਧਾਰਨੀ ਹੁੰਦਾ ਹੈ, ਅਰਥਾਤ ਚੰਗੇ ਸਾਹਿਤ ਦੇ 3 ਪ੍ਰਮੁੱਖ ਲੱਛਣ ਹਨ। ਇਹ ਸੱਚ ਦਾ ਪ੍ਰਕਾਸ਼ ਕਰੇ, ਇਹ ਜੀਵਨ ਲਈ ਕਲਿਆਣਕਾਰੀ ਬਣੇ, ਇਹ ਸੋਝ ਸੁੰਦਰਤਾ ਦਾ ਅਹਿਸਾਸ ਪੈਦਾ ਕਰੇ। ਕਿਸੇ ਵਿਸ਼ੇਸ਼ ਭਾਸ਼ਾ ਦੇ ਸਾਹਿਤ ਵਿੱਚੋਂ ਉਸ ਕੌਮ ਦੀ ਸੱਭਿਅਤਾ ਅਤੇ ਸੱਭਿਆਚਾਰ ਦੀ ਸਮੁੱਚੀ ਕਾਰਜਸ਼ੀਲਤਾ ਅਤੇ ਵਿਲੱਖਣਤਾ ਨੂੰ ਪਛਾਣਿਆ ਜਾ ਸਕਦਾ ਹੈ। ਸਮੁੱਚੇ ਸਾਹਿਤ ਦੀ ਰਚਨਾ ਲਈ ਕੱਚੀ ਸਮੱਗਰੀ ਭਾਸ਼ਾ ਹੀ ਪ੍ਰਦਾਨ ਕਰਦੀ ਹੈ। ਭਾਸ਼ਾ ਦੀ ਵਿਭਿੰਨ ਢੰਗਾਂ ਨਾਲ ਵਰਤੋਂ ਕਰਕੇ ਸਾਹਿਤਕਾਰ ਵਿਭਿੰਨ ਤਰ੍ਹਾਂ ਦਾ ਸਾਹਿਤ ਰੂਪ ਸਿਰਜਦੇ ਹਨ, ਜਿਵੇਂ ਸੁਨਿਆਰ ਸੋਨੇ ਚਾਂਦੀ ਦੇ ਭਾਂਤ-ਭਾਂਤ ਦੇ ਗਹਿਣੇ ਘੜਦਾ ਹੈ, ਜਾਂ ਘੁਮਿਆਰ ਇੱਕੋ ਮਿੱਟੀ ਤੋਂ ਵੱਖ-ਵੱਖ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ। ਮੂਰਤੀਕਾਰ ਬੇਡੋਲ ਪੱਥਰਾਂ ਵਿੱਚ ਭਾਂਤ-ਭਾਂਤ ਦੀਆਂ ਮੂਰਤਾਂ ਦੇ ਨਕਸ਼ ਘੜਦਾ ਹੈ। ਐਵੇਂ ਹੀ ਭਾਸ਼ਾ ਦੀ ਵਰਤੋਂ ਨਾਲ ਵਿਭਿੰਨ ਤਰ੍ਹਾਂ ਦੇ ਸਾਹਿਤ ਰੂਪਾਂ ਜਿਵੇਂ ਕਵਿਤਾ, ਕਹਾਣੀ, ਨਾਵਲ ਆਦਿ ਦੀ ਸਿਰਜਣਾ ਕੀਤੀ ਜਾਂਦੀ ਹੈ। ਸੰਸਕ੍ਰਿਤੀ ਦੇ ਵਿਦਵਾਨ ਨੇ ਸਾਹਿਤ ਕਾਵਿ ਨੂੰ 2 ਭਾਗਾਂ ਵਿੱਚ ਵੰਡਿਆ ਹੈ: ਦ੍ਰਿਸ਼ ਕਾਵਿ ਅਤੇ ਸ਼੍ਰਵ ਕਾਵਿ। ਦ੍ਰਿਸ਼ ਕਾਵਿ ਤੋਂ ਭਾਵ ਹੈ ਦੇਖਿਆ ਜਾਣ ਵਾਲਾ ਕਾਵਿ ਸਾਹਿਤ, ਜਿਵੇਂ ਨਾਟਕ। ਸ਼੍ਰਵ ਕਾਵਿ ਤੋਂ ਭਾਵ ਹੈ ਸੁਣਿਆ ਜਾਣ ਵਾਲਾ ਕਾਵਿ ਜਾਂ ਸਾਹਿਤ। ਸ਼ੁਰੂ ਵਿੱਚ ਪੜ੍ਹੇ ਲਿਖੇ ਲੋਕ ਘੱਟ ਹੋਣ ਕਾਰਨ ਵੇਖਣ ਅਤੇ ਸੁਣਨ ਨੂੰ ਹੀ ਆਧਾਰ ਬਣਾਇਆ ਗਿਆ ਸੀ, ਪਰ ਹੁਣ ਅਸੀਂ ਦ੍ਰਿਸ਼ ਕਾਵਿ ਦੇ ਅਧੀਨ ਨਾਟਕ ਅਤੇ ਇਕਾਂਗੀ ਨੂੰ ਰੱਖ ਸਕਦੇ ਹਾਂ। ਰੰਗਮੰਚ ਜਾਂ ਸਟੇਜ 'ਤੇ ਪੇਸ਼ਕਾਰੀ ਇਹਨਾਂ ਦਾ ਅਹਿਮ ਤੱਤ ਹੈ। ਬਾਕੀ ਸਾਹਿਤ ਰੂਪਾਂ ਨੂੰ ਸ਼੍ਰਵ ਕਾਵਿ ਸੁਣਨ ਪੜ੍ਹਨ ਯੋਗ ਅਧੀਨ ਵਿਚਾਰਿਆ ਜਾ ਸਕਦਾ ਹੈ। ਪੱਛਮੀ ਵਿਦਵਾਨ ਨਾਵਲ ਅਤੇ ਨਿੱਕੀ ਕਹਾਣੀ ਨੂੰ ਗਲਪ ਅਧੀਨ, ਨਿਬੰਧ
ਜੀਵਨੀ, ਸਵੈ ਜੀਵਨੀ, ਸਫ਼ਰਨਾਮਾ ਨੂੰ ਵਾਰਤਕ ਅਧੀਨ ਵਿਚਾਰਦੇ ਹਨ। ਕਵਿਤਾ ਨੂੰ ਸੁਤੰਤਰ ਰੂਪ ਵਿੱਚ ਵਾਚਿਆ ਜਾਂਦਾ ਹੈ। ਮੋਟੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਗਲਪ ਵਿੱਚ ਕਾਲਪਨਿਕ ਘਟਨਾਵਾਂ ਹੁੰਦੀਆਂ ਹਨ। ਵਾਰਤਕ ਵਿੱਚ ਬੁੱਧੀ ਤੱਤ ਦੀ ਪ੍ਰਧਾਨਤਾ ਹੁੰਦੀ ਹੈ। ਕਵਿਤਾ ਵਿੱਚ ਭਾਵ ਪ੍ਰਧਾਨ ਹੁੰਦੇ ਹਨ। ਨਾਟਕ ਅਤੇ ਇਕਾਂਗੀ ਕਵਿਤਾ ਰੂਪ ਵਿੱਚ ਵੀ ਹੋ ਸਕਦੇ ਹਨ, ਜਿਸ ਨੂੰ ਕਾਵਿ ਨਾਟਕ ਕਿਹਾ ਜਾ ਸਕਦਾ ਹੈ। ਪਰੰਤੂ ਰੰਗਮੰਚ ਜਾਂ ਸਟੇਜ 'ਤੇ ਪੇਸ਼ਕਾਰੀ ਦਾ ਤੱਤ ਇਹਨਾਂ ਨੂੰ ਬਾਕੀ ਸਾਹਿਤ ਰੂਪਾਂ ਨਾਲੋਂ ਵੱਖਰਾਉਂਦਾ ਹੈ। ਇਸ ਲਈ ਇਹਨਾਂ ਨੂੰ ਅਲੱਗ-ਅਲੱਗ ਸਾਹਿਤ ਰੂਪਾਂ ਵਜੋਂ ਵਿਚਾਰਿਆ ਜਾਂਦਾ ਹੈ। ਭਾਰਤ ਅਤੇ ਪੱਛਮੀ ਢੰਗਾਂ ਦਾ ਸੁਮੇਲ ਕਰਕੇ ਅਸੀਂ ਸਾਹਿਤ ਰੂਪਾਂ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ। ਤੇ ਇਹ ਆਪਣੇ ਸਾਹਿਤ ਦੀ ਉੱਪਰ ਤੁਹਾਨੂੰ ਜਾਣਕਾਰੀ ਦਿੱਤੀ ਹੈ ਬੱਚੋ। ਸਾਹਿਤ ਦੇਖੋ, ਜੋ ਚੀਜ਼ ਆਪਣੇ ਮਨ ਨੂੰ ਵਧੀਆ ਲੱਗਦੀ ਹੈ ਉਹਨੂੰ ਸੋਚ ਕਿਹਾ ਜਾਂਦਾ ਹੈ ਨਾ। ਅਤੇ ਆਪਾਂ ਦੇਖਦੇ ਹਾਂ ਕੋਈ ਵੀ ਤਰਕ ਵਾਲੀ ਚੀਜ਼ ਹੋਊਗੀ ਉਹ ਸਾਇੰਸ ਵਿਸ਼ੇ ਦੇ ਵਿੱਚ ਜਾਏਗੀ, ਹੈ ਨਾ। ਵੀ ਇਹ ਅਗਰ ਪੱਤਿਆਂ ਦਾ ਰੰਗ ਹਰਾ ਹੈ ਤਾਂ ਇਹ ਹਰਾ ਕਿਉਂ ਹੈ, ਉਹ ਸਾਇੰਸ ਆਪਾਂ ਨੂੰ ਦੱਸੇਗੀ, ਹੈ ਨਾ। ਆਪਾਂ ਪੱਤਿਆਂ ਨੂੰ ਦੇਖ ਰਹੇ ਹਾਂ, ਪੱਤਿਆਂ ਨੂੰ ਦੇਖ ਕੇ ਆਪਾਂ ਨੂੰ ਜੋ ਖੁਸ਼ੀ ਅੰਦਰੋਂ ਮਹਿਸੂਸ ਹੁੰਦੀ ਹੈ, ਫੁੱਲਾਂ ਨੂੰ ਦੇਖ ਕੇ ਹੁੰਦੀ ਹੈ, ਭਾਵਨਾ ਆਪਣੇ ਅੰਦਰ ਆਉਂਦੀ ਹੈ, ਉਹ ਇੱਕ ਤਰ੍ਹਾਂ ਨਾਲ ਆਪਣਾ ਸਾਹਿਤ ਹੈ। ਸਾਹਿਤ ਦਾ ਮਤਲਬ ਕੀ ਹੈ ਬੱਚੋ? ਭਾਵਨਾ। ਉਹ ਭਾਵਨਾ ਆਪਾਂ ਲਿਖਦੇ ਹਾਂ, ਲਿਖ ਕੇ ਉਹਨਾਂ ਨੂੰ ਆਪਾਂ ਕਿਵੇਂ ਬਿਆਨ ਕਰਦੇ ਹਾਂ, ਉਹ ਸਾਰਾ ਕੁਝ ਆਪਾਂ ਨੂੰ ਦੱਸਿਆ ਗਿਆ ਹੈ, ਠੀਕ ਹੈ ਨਾ। ਹੁਣ ਆਪਾਂ ਦੇਖਦੇ ਹਾਂ ਸਾਹਿਤ ਕਾਵਿ ਕਿਹੜਾ। ਦੇਖੋ, ਇੱਕ ਤਾਂ ਦੇਖਣ ਵਾਲਾ ਹੋ ਗਿਆ ਸਾਹਿਤ, ਆਪਾਂ ਦੇਖਦੇ ਹਾਂ ਨਾਟਕ ਦੇਖਦੇ ਹਾਂ, ਠੀਕ ਹੈ। ਜਿਹੜਾ ਸਾਰਾ ਕੁਝ ਆਪਾਂ ਦੇਖਦੇ ਹਾਂ, ਨਾਟਕ ਹੋ ਗਿਆ, ਇਕਾਂਗੀ ਹੋ ਗਿਆ, ਜੋ ਵੀ ਦਿੱਤਾ ਗਿਆ ਬੱਚੋ ਇਹ ਸਾਹਿਤ ਹੀ ਹੁੰਦਾ, ਠੀਕ ਹੈ ਨਾ। ਮਨ ਦੀਆਂ ਭਾਵਨਾਵਾਂ ਹੋ ਗਈਆਂ। ਕੋਈ ਆਪਾਂ ਨੂੰ ਇਹਦੇ ਵਿੱਚ ਇਹ ਤਾਂ ਦੱਸਿਆ ਨਹੀਂ ਜਾਂਦਾ ਵੀ ਆਪਰੇਸ਼ਨ ਕਿਸ ਤਰ੍ਹਾਂ ਹੁੰਦਾ, ਉਹ ਤਾਂ ਸਾਇੰਸ ਦੇ ਵਿੱਚ ਹੋਏਗਾ। ਅਤੇ ਜੋੜ ਘਟਾਓ ਕਿੱਦਾਂ ਹੋਏਗਾ, ਉਹ ਹਿਸਾਬ ਦੇ ਵਿੱਚ ਹੋਏਗਾ। ਅਤੇ ਜਿਹੜੀਆਂ ਭਾਵਨਾਵਾਂ ਨੇ ਬੰਦੇ ਦੇ, ਆਪਾਂ ਨਾਟਕ ਦੇਖਦੇ ਹਾਂ, ਉਹ ਨਾਟਕ ਕੋਈ ਨਾ ਕੋਈ ਆਪਾਂ ਨੂੰ ਸੰਦੇਸ਼ ਦੇ ਕੇ ਜਾਂਦਾ ਹੈ, ਠੀਕ ਹੈ ਨਾ। ਅਤੇ ਜਿਹੜਾ ਸੰਦੇਸ਼ ਆਪਾਂ ਨੂੰ ਦਿੱਤਾ ਜਾਂਦਾ ਹੈ ਉਹ ਆਪਾਂ ਸਾਹਿਤ ਹੀ ਹੁੰਦਾ, ਆਪਣੇ ਮਨ ਦੀ ਭਾਵਨਾ ਹੁੰਦੀ ਆ ਉਹ, ਠੀਕ ਹੈ ਨਾ। ਇੱਕ ਤਰ੍ਹਾਂ ਉਹ ਦੇਖਣ ਵਾਲੇ ਹੁੰਦਾ ਹੈ, ਇੱਕ ਸੁਣਨ ਵਾਲਾ, ਠੀਕ ਹੈ ਨਾ। ਅਤੇ ਆਪਾਂ ਦੇਖਦੇ ਹਾਂ ਵੀ ਦੇਖਣ ਵਾਲੇ ਕਿਹੜੇ ਨੇ ਅਤੇ ਸੁਣਨ ਵਾਲੇ ਕਿਹੜੇ ਨੇ। ਦੇਖਣ ਵਾਲੇ ਸਾਹਿਤ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਿਹੜਾ ਦੇਖਣ ਯੋਗ ਹੁੰਦਾ, ਸੁਣਨ ਵਾਲਾ ਮਤਲਬ ਆਪਾਂ ਪੜ੍ਹ ਵੀ ਸਕਦੇ ਹਾਂ, ਪੜ੍ਹਨ ਯੋਗ ਹੁੰਦਾ, ਠੀਕ ਹੈ ਨਾ। ਕਿਉਂਕਿ ਪਹਿਲਾਂ ਲੋਕ ਅਨਪੜ੍ਹ ਜ਼ਿਆਦਾ ਸੀ, ਪੜ੍ਹੇ ਲਿਖੇ ਘੱਟ ਸੀਗੇ, ਸੋ ਇਸ ਕਰਕੇ ਉਹ ਦੇਖਦੇ ਹੁੰਦੇ ਸੀਗੇ, ਠੀਕ ਹੈ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਦੋਨੋਂ ਤਰ੍ਹਾਂ ਦੇ ਆ ਗਏ। ਹੁਣ ਦੇਖਣ ਵਾਲੇ 'ਚ ਨਾਟਕ ਖੇਡੇ ਜਾਂਦੇ ਨੇ ਸਟੇਜਿਸ 'ਤੇ, ਆਪਾਂ ਦੇਖਦੇ ਹਾਂ। ਇਕਾਂਗੀ ਕੋਈ ਇੱਕ ਘਟਨਾ ਹੋ ਗਈ, ਠੀਕ ਹੈ। ਜਿਵੇਂ ਤੁਸੀਂ ਇਕਾਂਗੀ ਪੜ੍ਹ ਕੇ ਆਏ ਹੋ ਪਹਿਲਾਂ, ਅਤੇ ਇੱਕ ਪੂਰੇ ਦੇ ਪੂਰਾ ਨਾਟਕ ਤਾਂ ਕਿਸੇ ਬੰਦੇ ਦੀ ਜ਼ਿੰਦਗੀ ਹੋ ਗਈ ਪੂਰੀ, ਠੀਕ ਹੈ, ਉਹਨੂੰ ਪੇਸ਼ ਕੀਤਾ ਜਾ ਸਕਦਾ ਹੈ। ਅਤੇ ਘਟਨਾ ਉਹਦੀ ਇੱਕ ਹੋ ਗਈ ਵੀ ਬੰਦੇ ਨੇ ਚੋਰੀ ਕੀਤੀ ਹੈ, ਉਹਨੂੰ ਫੜਿਆ ਗਿਆ, ਬੁਰੇ ਕੰਮਾਂ ਦੇ ਬੁਰੇ ਨਤੀਜੇ ਨੇ, ਇੱਕ ਘਟਨਾ ਹੋ ਸਕਦੀ ਹੈ। ਜਿਵੇਂ ਗਊਮੁਖਾ ਸ਼ੇਰਮੁਖਾ ਇਕਾਂਗੀ ਦੇ ਵਿੱਚ ਇੱਕੋ ਘਟਨਾ ਹੈ ਵੀ ਮਕਾਨ ਦੀ ਹੈ, ਬਾਕੀ ਇਹ ਕੁਛ ਹੋਰ ਨਹੀਂ ਦਿੱਤਾ ਹੋਇਆ ਉਹਦੇ ਵਿੱਚ, ਠੀਕ ਹੈ ਨਾ। ਸਾਰੀ ਚੀਜ਼ ਉਹਦੇ ਇਰਦ ਗਿਰਦ ਹੀ ਘੁੰਮਦੀ ਹੈ, ਠੀਕ ਹੈ। ਸੋ ਇੱਕ ਨਾਟਕ ਹੋ ਗਿਆ ਜਾਂ ਇਕਾਂਗੀ। ਸੁਣਨ ਦੇ ਵਿੱਚ ਦੇਖਦੇ ਹਾਂ ਆਪਾਂ ਬੱਚੋ ਕੀ ਹੁੰਦਾ, ਕਵਿਤਾ ਵੀ ਹੋ ਸਕਦਾ ਹੈ, ਗਲਪ ਵੀ ਹੋ ਸਕਦਾ ਅਤੇ ਵਾਰਤਕ। ਹੁਣ ਕਵਿਤਾ ਤਾਂ ਆਪਾਂ ਨੂੰ ਪਤਾ ਵੀ ਕੀ ਹੁੰਦੀ ਹੈ, ਕਵਿਤਾਵਾਂ ਤੁਸੀਂ ਪੜ੍ਹਦੇ ਆ ਰਹੇ ਹੋ ਹੁਣ ਤੱਕ, ਤੁਸੀਂ ਗਲਪ ਪਹਿਲੀ ਵਾਰ ਸੁਣਿਆ ਹੋਏਗਾ। ਉਹ ਗਲਪ ਕੀ ਹੁੰਦਾ ਅਸਲ ਦੇ ਵਿੱਚ? ਗਲਪ ਦੇ ਵਿੱਚ ਆ ਜਾਂਦਾ ਬੱਚੋ ਨਾਵਲ ਆ ਜਾਂਦਾ ਅਤੇ ਨਿੱਕੀ ਕਹਾਣੀ ਆ ਜਾਂਦੀ ਹੈ, ਠੀਕ ਹੈ ਨਾ। ਸੋ ਵਾਰਤਕ ਕੀ ਹੁੰਦਾ ਬੱਚੋ? ਵਾਰਤਕ ਉਹ ਹੁੰਦਾ ਹੈ ਜਿਹੜਾ ਮਤਲਬ ਇੱਕ ਤਰ੍ਹਾਂ ਤਰਕ ਦੇ ਆਧਾਰ 'ਤੇ ਹੁੰਦਾ, ਸੱਚ ਆਪਾਂ ਕਹਿ ਸਕਦੇ ਹਾਂ। ਜਿਵੇਂ ਵਾਰਤਕ ਆਪਾਂ ਪੜ੍ਹ ਕੇ ਆਏ, ਆਪਾਂ ਨੂੰ ਸੱਚੀਆਂ ਗੱਲਾਂ ਨੇ। ਦੇਖੋ ਕਵਿਤਾ ਤਾਂ ਕੁਛ ਵੀ ਹੋ ਸਕਦੀ ਹੈ, ਠੀਕ ਹੈ। ਨਾਟਕ ਅਤੇ ਨਿੱਕੀ ਕਹਾਣੀ ਵੀ ਆਪਾਂ ਜੋੜ ਸਕਦੇ ਹਾਂ, ਪਰ ਜਿਹੜੀ ਵਾਰਤਕ ਹੁੰਦੀ ਹੈ ਬੱਚੋ ਉਹ ਕੋਈ ਨਾ ਕੋਈ ਆਪਾਂ ਨੂੰ ਕੋਈ ਸੋਚ ਹੁੰਦੀ ਹੈ, ਵਿਚਾਰ, ਜਿਵੇਂ ਤੁਰਨ ਦਾ ਹੁਨਰ ਹੈ, ਆਪਾਂ ਨੂੰ ਵਧੀਆ ਲੇਖ ਦੀ ਤਰ੍ਹਾਂ ਆਪਾਂ ਨੂੰ ਚੀਜ਼ਾਂ ਦੱਸੀਆਂ ਹੋਈਆਂ ਨੇ ਉਸ ਦੇ ਵਿੱਚ, ਠੀਕ ਹੈ ਨਾ। ਹੁਣ ਆਪਾਂ ਨੂੰ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਸਾਹਿਤ ਰੂਪ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਦੇਖਣ ਵਾਲੀਆਂ ਚੀਜ਼ਾਂ ਨੇ ਇਹ ਦੋ ਹੁੰਦੀਆਂ ਨੇ, ਨਾਟਕ ਇਕਾਂਗੀ, ਠੀਕ ਹੈ। ਨਾਟਕ ਔਰ ਇਕਾਂਗੀ। ਸੁਣਨ ਵਾਲੇ ਵਿੱਚ ਕਿਹੜੀਆਂ ਹੋ ਗਈਆਂ? ਕਵਿਤਾ ਹੋ ਗਈ, ਗਲਪ ਹੋ ਗਿਆ ਅਤੇ ਵਾਰਤਕ ਹੋ ਗਈ, ਠੀਕ ਹੈ ਨਾ। ਕਵਿਤਾ, ਗਲਪ, ਵਾਰਤਕ, ਕਵਿਤਾ, ਗਲਪ ਅਤੇ ਵਾਰਤਕ, ਠੀਕ ਹੈ। ਅਤੇ ਉਹਦੇ ਵਿੱਚ ਨਾਟਕ, ਇਕਾਂਗੀ। ਗਲਪ ਦੇ ਵਿੱਚ ਕੀ ਆ ਗਿਆ? ਨਾਵਲ, ਨਿੱਕੀ ਕਹਾਣੀ, ਠੀਕ ਹੈ ਬੱਚੋ। ਨਾਵਲ ਅਤੇ ਨਿੱਕੀ ਕਹਾਣੀ ਹੁੰਦੇ ਕੀ ਨੇ? ਇਹ ਸਾਰੇ ਆਪਾਂ ਨੂੰ ਵਾਰੀ ਦੱਸੇ ਹੋਏ ਨੇ, ਠੀਕ ਹੈ, ਤੁਹਾਨੂੰ ਵੀ ਦੱਸਿਆ ਜਾਵੇਗਾ, ਠੀਕ ਹੈ। ਅਤੇ ਵਾਰਤਕ ਦੇ ਵਿੱਚ ਕੀ ਆ ਗਿਆ ਆਪਣਾ? ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ। ਨਿਬੰਧ
ਜੀਵਨੀ, ਸਵੈ ਜੀਵਨੀ, ਸਫ਼ਰਨਾਮਾ। ਇਹ ਸਾਰਾ ਕੁਝ ਹੁਣ ਤੱਕ ਆਪਾਂ ਪੜ੍ਹਦੇ ਆ ਰਹੇ ਹਾਂ। ਪੰਜਾਬੀ ਵਿਸ਼ੇ ਦੇ ਵਿੱਚ ਸਭ ਕੁਝ ਆਪਾਂ ਪੜ੍ਹਿਆ ਹੈ, ਠੀਕ ਹੈ ਨਾ। ਤੇ ਇਹ ਸਾਰਾ ਕੁਝ ਆਪਾਂ ਵਿਸਥਾਰ ਪੂਰਵਕ ਤੁਹਾਨੂੰ ਦੱਸਾਂਗੇ ਬੱਚਿਓ। ਤੇ ਹੁਣ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਲੈ ਲਈਏ। ਇਸ ਤਰ੍ਹਾਂ ਕਵਿਤਾ, ਨਾਵਲ, ਕਹਾਣੀ, ਇਕਾਂਗੀ, ਨਾਟਕ, ਨਿਬੰਧ, ਜੀਵਨੀ, ਸਵੈ ਜੀਵਨੀ ਅਤੇ ਸਫ਼ਰਨਾਮਾ ਸਾਹਿਤ ਦੇ ਪ੍ਰਮੁੱਖ ਰੂਪ ਮੰਨੇ ਜਾਂਦੇ ਹਨ। ਆਧੁਨਿਕ ਸਮੇਂ ਵਿੱਚ ਮਿੰਨੀ ਕਹਾਣੀ, ਲਲਿਤ ਨਿਬੰਧ, ਰੇਖਾ ਚਿੱਤਰ ਵੀ ਪ੍ਰਚਲਿਤ ਹਨ, ਠੀਕ ਹੈ ਨਾ ਬੱਚੋ। ਜਿਹੜੀ 12ਵੀਂ ਜਮਾਤ ਦੀ ਪਾਠ ਪੁਸਤਕ ਹੈ ਉਹਦੇ ਵਿੱਚ ਆਪਾਂ ਨੂੰ ਦੱਸੇ ਗਏ ਨੇ ਕਵਿਤਾ, ਨਾਟਕ, ਇਕਾਂਗੀ, ਨਾਵਲ, ਕਹਾਣੀ, ਨਿਬੰਧ, ਜੀਵਨੀ, ਸਵੈ ਜੀਵਨੀ ਅਤੇ ਸਫ਼ਰਨਾਮਾ ਦੀ ਪਰਿਭਾਸ਼ਾ ਦਿੱਤੀ ਗਈ ਹੈ ਅਤੇ ਬਣਤਰ ਬਾਰੇ ਹੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਕਿਸੇ ਵੀ ਸਾਹਿਤ ਰੂਪ ਦੇ ਤੱਤਾਂ ਬਾਰੇ ਚਰਚਾ ਕਰਦਿਆਂ ਸਾਡਾ ਧਿਆਨ ਉਸ ਸਾਹਿਤ ਰੂਪ ਦੀ ਸਮੁੱਚੀ ਸੰਰਚਨਾ ਉੱਤੇ ਕੇਂਦਰਿਤ ਰਹਿਣਾ ਵੀ ਬਹੁਤ ਜ਼ਰੂਰੀ ਹੈ, ਠੀਕ ਹੈ ਬੱਚੋ। ਸੋ ਇਹ ਆਪਾਂ ਪੜ੍ਹਿਆ, ਠੀਕ ਹੈ। ਤੇ ਬੱਚੋ ਬੜਾ ਵਧੀਆ ਇਹ ਸਾਰਾ ਕੁਝ, ਇਹ ਤੁਹਾਨੂੰ ਅੱਗੇ ਬਹੁਤ ਕੰਮ ਆਵੇਗਾ ਅਗਰ ਤੁਸੀਂ ਸਾਹਿਤ ਖੇਤਰ ਨਾਲ ਜੁੜਨਾ ਹੈ ਨਾ ਬੱਚੋ। ਤੇ ਜਿੰਨੇ ਵੀ ਅੱਗੇ ਪੇਪਰ ਹੁੰਦੇ ਨੇ, ਤੁਸੀਂ ਕੋਈ ਨੈਟ ਦਾ ਪੇਪਰ ਦੇਣਾ ਹੈ ਜਾਂ ਕੋਈ ਬੱਚੋ ਹੋਰ ਬਹੁਤ ਸਾਰੇ ਪੇਪਰ ਹੁੰਦੇ ਨੇ, ਅਗਰ ਤੁਸੀਂ ਪੰਜਾਬੀ ਸਾਹਿਤ ਨੂੰ ਅੱਗੇ ਲੈ ਕੇ ਜਾਂਦੇ ਹੋ ਤਾਂ ਵਾਰ-ਵਾਰ ਤੁਹਾਨੂੰ ਇਹੀ ਗੱਲਾਂ ਸਾਹਮਣੇ ਆਉਣਗੀਆਂ, ਹੈ ਨਾ। ਸੋ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ। ਦੇਖੋ ਕਿਤਾਬੀ ਗੱਲ ਤਾਂ ਦੇਖੋ ਹੋਰ ਹੁੰਦੀ ਹੈ, ਕਿਉਂਕਿ ਉਹਨਾਂ ਨੇ ਦੇਖੋ ਇੱਕ ਬੰਦਾ ਵੈਸੇ ਆਉਂਦਾ, ਇੱਕ ਬੰਦਾ ਗਹਿਣੇ ਪਾ ਕੇ ਆ ਜਾਂਦਾ ਆਪਣੇ ਸਾਹਮਣੇ। ਸੋ ਕਿਤਾਬੀ ਭਾਸ਼ਾ ਲਿਖਣ ਲਈ ਆਪਾਂ ਨੂੰ ਅਲੱਗ-ਅਲੱਗ ਜਿਹੜੇ ਸ਼ਬਦ ਨੇ ਉਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸੋ ਬੱਚੋ ਹੁਣ ਆਪਾਂ ਨੂੰ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਵੀ ਸਾਹਿਤ ਦੇਖੋ 2 ਤਰ੍ਹਾਂ ਦਾ ਹੁੰਦਾ ਏ। ਕਿਹੜਾ? ਸੁਣਨ ਵਾਲਾ ਤੇ ਦੇਖਣ ਵਾਲਾ। ਦੇਖਣ ਵਾਲੇ ਦੇ ਵਿੱਚ ਨਾਟਕ, ਇਕਾਂਗੀ ਆ ਗਏ, ਠੀਕ ਹੈ, ਤੇ ਜਿਹੜੇ ਸਟੇਜ ਦੇ ਉੱਪਰ ਖੇਡਦੇ ਆ। ਤੇ ਸੁਣਨ ਵਾਲੇ ਦੇ ਵਿੱਚ ਕਵਿਤਾ ਹੋ ਗਈ, ਗਲਪ ਹੋ ਗਈ, ਵਾਰਤਕ। ਇਹ ਨਹੀਂ ਹੈ ਬੱਚੋ ਵੀ ਇਹ ਆਪਾਂ ਨਹੀਂ ਉਹ ਕਰ ਸਕਦੇ, ਇਹ ਵੀ ਕਰ ਸਕਦੇ ਹਾਂ, ਪਰ ਇਹ ਹੈ ਵੀ ਇਹ ਆਪਾਂ ਸੁਣ ਵੀ ਸਕਦੇ ਹਾਂ, ਪੜ੍ਹ ਵੀ ਸਕਦੇ ਹਾਂ। ਪਰ ਜਿਹੜੇ ਨਹੀਂ ਬਿਲਕੁਲ ਪੜ੍ਹ ਸਕਦੇ ਉਹਨਾਂ ਲਈ ਇਹ ਆ ਗਏ, ਠੀਕ ਹੈ ਨਾ, ਦੇਖਣ ਵਾਲੇ। ਤੇ ਨਾਵਲ ਹੋ ਗਏ, ਨਿੱਕੀ ਕਹਾਣੀ ਹੋ ਗਈ, ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮੇ, ਠੀਕ ਹੈ ਨਾ ਬੱਚੋ। ਤੇ ਹੁਣ ਵਿਸਤ੍ਰਿਤ ਰੂਪ ਦੇ ਵਿੱਚ ਅੱਗੇ ਆਪਾਂ ਪੜ੍ਹਾਂਗੇ ਇਹਨਾਂ ਬਾਰੇ। ਤੇ ਉਮੀਦ ਹੈ ਕਿ ਸਾਹਿਤ ਦੇ ਰੂਪਾਂ ਬਾਰੇ ਤੁਹਾਨੂੰ ਪਤਾ ਲੱਗਿਆ ਹੋਵੇਗਾ ਬੱਚੋ, ਠੀਕ ਹੈ। ਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ।